कि औरत तो वध कोई ताकतवर नहीं है, क्योंकि जो मर्द नूं जन्म दिंदी है तो फिर मर्द किद्दां ताकतवर होया। दो सिस्टर दी मेरी डैथ हो चुकी है, एक मैरिड सी जीजा जी दी, दो बच्चों की भी, तो एक मेरे तो छोटी सिस्टर से उन्होंने डैथ हो गई, तो मेरे फादर साहब की भी थोड़े मंथ होए डैथ हुई ने जी। लड़के दे नाल मैं फाइट कर रही सी, उन्हें मेरे पट ते हथ रखिया सीगा, मतलब कि उन्हें मैं उठा रही सी, उन्हें मेरे पट ते हथ रखिया, तो कई लोग इदां दी गल्लां कर रहे सी, मुंडा हैगा, मैं फिरोजपुर आई, मुंडा हैगा, उन्हें पट ते हथ रखिया हैगा। मैं नहीं सोचती मैं एक कुड़ी हाँ, है ना, एक मर्द नूं जे जन्म दे सकदी फिर मैं गेम क्यों नहीं कर सकती। पर ताइक्वांडो विच सੱਟ लगन करके मेरे मम्मा ने गेम छुड़वा दी, क्योंकि फादर साहब मैंटली अपसैट सीगे, तो मम्मा कहती भी दो सिस्टर की मतलब कि बिना इलाज तो डैथ हुई, तो कहती मैं नहीं चाहती कि भी तेरा इलाज ना हो सके तो कल नूं कोई गल होवे। असीं भी याद नहीं सी रहिंदे, कई वारी तो उन्होंने संगलां नाल बन्नना पैंदा सी, उन्होंने जदों बन्नदे सीगे साडे लई बड़ा औखा हुंदा सी, क्योंकि एक 5 धीआं दा प्यो आ ना, कुड़ी कदी नहीं चाहती जिन्होंने एक राजा तरह रखा गया ਜਿਹੜੇ ਬੱਚਿਆਂ ਨੂੰ। मेरे चाचा जी की बेटी है खुशदीप कौर वरिंदा, वो 8 साल की, उन्हें इन्नी मच्योरिटी ना हुण 8 साल की है, तो मैं वो चीज़ जो मैं अपना बचपन याद करदी नहीं ना, बड़ा औखा दस्सी सी। रब रोटी दे दिंदा ना बुरकी तोड़ के मूंह विच पाउंदा, पैंदी मेहनत करनी बई चंगा टाइम आपे नहीं आउंदा। ਤੁਸੀਂ ਅੱਜ ਤੱਕ ਜਿਹੜੀਆਂ ਲੜਕੀਆਂ ਨੇ ਉਹ ਟਾਈਕਵਾਂਡੋ ਦੇ ਮੈਦਾਨ ਦੇ ਵਿੱਚ, ਜੂਡੋ ਕਰਾਟੇ ਜਾਂ ਫਿਰ ਕਬੱਡੀ ਦੇ ਮੈਦਾਨ ਦੇ ਵਿੱਚ ਧੱਕ ਪਾਉਂਦੀਆਂ ਦੇਖੀਆਂ ਹੋਣਗੀਆਂ, ਪਰ ਅੱਜ ਸਾਡੇ ਨਾਲ ਇੱਕ ਪੰਜਾਬ ਦੀ ਧੀ ਹੈ, ਬੜੀ ਗੁਰਬਤ ਦੇ ਵਿੱਚੋਂ ਉੱਠੀ ਹੋਈ ਹੈ ਔਰ CWE ਰੈਸਲਰ ਹੈ। ਇੱਕ ਰੈਸਲਰ ਨੇ ਸਾਡੇ ਨਾਲ ਮੌਜੂਦ ਨੇ, ਸਾਹਿਬ ਕੌਰ, ਜੋ ਕਿ ਦ ਗ੍ਰੇਟ ਖਲੀ ਦੇ ਸ਼ਾਗਿਰਦ ਨੇ। ਇਸ ਭੈਣ ਦੀ ਕਹਾਣੀ ਬੜੀ ਹੀ ਜਿਹਨੂੰ ਕਹਿੰਦੇ ਆ ਕਿ ਇੰਸਪੀਰੇਸ਼ਨਲ ਹੈ, ਮੋਟੀਵੇਸ਼ਨਲ ਹੈ। ਕਿਸ ਤਰ੍ਹਾਂ ਇਹ ਜਿਹੜੀ ਲੜਕੀ ਹੈ ਜ਼ਿੰਦਗੀ ਦੇ ਹਨੇਰੀਆਂ ਝੱਖੜ ਅਤੇ ਮੀਂਹਾਂ ਦੇ ਵਿੱਚੋਂ ਨਿਕਲ ਕੇ ਅੱਜ ਇੱਕ ਰੈਸਲਰ ਹੈ, ਇੱਕ ਪਲੇਅਰ ਹੈ ਔਰ ਧੱਕ ਪਾਉਂਦੀ ਹੈ ਜਮਾਂ ਰੈਸਲਿੰਗ ਦੇ ਰਿੰਗ ਦੇ ਵਿੱਚ ਜਦੋਂ ਉਤਰ ਜਾਂਦੀ ਹੈ। ਔਰ ਸਭ ਤੋਂ ਵੱਡੀ ਗੱਲ ਹੈ, ਰੈਸਲਿੰਗ ਮੁੰਡਿਆਂ ਦੇ ਨਾਲ ਕਰਦੀ ਹੈ, ਕਿਉਂਕਿ ਇਸ ਖਿੱਤੇ ਦੇ ਵਿੱਚ, ਇਸ ਗੇਮ ਦੇ ਵਿੱਚ ਬਹੁਤ ਘੱਟ ਜਿਹੜੀਆਂ ਕੁੜੀਆਂ ਨੇ ਆਉਂਦੀਆਂ ਨੇ। ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਤਾਂ ਹਾਰਡਲੀ 2-3 ਹੀ ਲੜਕੀਆਂ ਹੋਣਗੀਆਂ, ਪਰ ਇਹ ਜਿਹੜੀ ਲੜਕੀ ਹੈ ਇਹ ਮੁੰਡਿਆਂ ਦੇ ਨਾਲ ਫਾਈਟ ਕਰਦੀ ਹੈ ਰਿੰਗ ਦੇ ਵਿੱਚ। ਸਾਡੇ ਨਾਲ ਸਾਹਿਬ ਕੌਰ ਨੇ, ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ। ਹਾਂਜੀ ਜੀ, ਧੰਨਵਾਦ ਜੀ। ਸਾਹਿਬ, ਕੀ ਜ਼ਰੂਰਤ ਪਈ ਤੁਹਾਨੂੰ ਕਿ ਤੁਸੀਂ ਰੈਸਲਿੰਗ ਕਰਦੇ ਹੋ ਔਰ ਜਿੱਥੇ ਓਪੋਜ਼ਿਟ ਸੈਕਸ ਦੇ ਨਾਲ ਰੈਸਲਿੰਗ ਕਰਨੀ ਹੋਵੇ, ਕਿਉਂਕਿ ਜੇ ਤੁਸੀਂ ਅੱਜ ਇੰਨੇ ਲੋਹਾ ਲੱਗ ਰਿਹਾ ਸਰੀਰ ਸਾਨੂੰ, ਤਾਂ ਮੁੰਡਿਆਂ ਦਾ ਤਾਂ ਤੁਹਾਡੇ ਤੋਂ ਵੱਧ ਹੁੰਦਾ ਹੈਗਾ। ਹਾਂਜੀ ਜੀ, ਮੈਂ ਵੈਸੇ ਤਾਂ ਮੈਂ ਪਹਿਲਾਂ ਤੋਂ ਪਲੇਅਰ ਹਾਂ ਜੀ। ਹਾਂ, ਪਹਿਲਾਂ ਮੈਂ ਕਬੱਡੀ ਕਰਦੀ ਸੀ, ਫਿਰ ਮੈਂ ਤਾਈਕਵਾਂਡੋ ਤੋਂ ਫਿਰ ਆਈ CWE ਦੇ ਵਿੱਚ। ਅਤੇ ਗੱਲ ਰਹੀ ਮੁੰਡੇ ਕਹਿੰਦੇ ਤਾਕਤਵਰ, ਅਤੇ ਮੈਨੂੰ ਇਹ ਲੱਗਦਾ ਕਿ ਔਰਤ ਤੋਂ ਵੱਧ ਕੋਈ ਤਾਕਤਵਰ ਨਹੀਂ ਹੈ, ਕਿਉਂਕਿ ਜੋ ਮਰਦ ਨੂੰ ਜਨਮ ਦਿੰਦੀ ਹੈ ਅਤੇ ਫਿਰ ਮਰਦ ਕਿੱਦਾਂ ਤਾਕਤਵਰ ਹੋਇਆ। ਮੈਨੂੰ ਲੱਗਦਾ ਕਿ ਔਰਤ ਜ਼ਿਆਦਾ ਤਾਕਤਵਰ ਹੈ ਜੀ। ਤਾਂ ਕਦੋਂ ਤੋਂ ਤੁਸੀਂ ਸ਼ੁਰੂ ਕਰੀ ਇਹ ਰੈਸਲਿੰਗ ਦੀ ਤਿਆਰੀ ਕਰਨੀ, ਆ ਜਿਸ ਤਰ੍ਹਾਂ ਦ ਗ੍ਰੇਟ ਖਲੀ ਹੈ, ਤੁਸੀਂ ਉਹਨਾਂ ਦੇ ਸ਼ਾਗਿਰਦ ਹੋ, ਤਾਂ ਕਦੋਂ ਤੋਂ ਤੁਸੀਂ ਟ੍ਰੇਨਿੰਗ ਲੈ ਰਹੇ ਹੋ ਉਹਨਾਂ ਤੋਂ? ਹਾਂਜੀ, ਮੈਨੂੰ 2 ਸਾਲ ਦੇ ਕਰੀਬ ਹੋ ਜਾਣੇ ਆ ਜੀ। ਅਤੇ ਕਿਉਂਕਿ ਮੈਂ ਇੱਥੇ ਆਈ ਸੀ ਗਾਣਾ ਪ੍ਰਮੋਟ ਕਰਨ ਵਾਸਤੇ, ਅਤੇ ਮੈਂ ਪਲੇਅਰ ਸੀਗੀ, ਤਾਂ ਫਿਰ ਕਹਿੰਦੇ ਉਹ ਪਲੇਅਰ ਦਾ ਜਿਹੜਾ ਕੀੜਾ ਉਹ ਜਾਗ ਪਿਆ, ਅਤੇ ਮੈਂ ਗੁਰੂ ਜੀ ਦੇ ਨਾਲ ਗੱਲ ਕੀਤੀ, ਦਾ ਗ੍ਰੇਟ ਖਲੀ ਜੀ ਨਾਲ, ਕਿ ਸਰ ਮੈਂ ਗੇਮ ਕਰਨਾ ਚਾਹੁੰਦੀ ਹਾਂ, ਅਤੇ ਫਿਰ ਐਡਮਿਸ਼ਨ ਲਿੱਤੀ ਅਤੇ ਹੁਣ ਕਰ ਰਹੇ ਹਾਂ ਜੀ। ਤਾਂ ਫਿਰ ਪਹਿਲਾ ਜਿਹੜਾ ਮੈਚ ਹੈ ਤੁਹਾਡਾ ਰਿੰਗ ਦੇ ਵਿੱਚ, ਮਤਲਬ ਕਿੱਥੇ ਹੋਇਆ, ਕੀ ਤੁਹਾਨੂੰ ਯਾਦ ਆਉਂਦਾ ਜਾਂ ਕੀ ਤੁਹਾਨੂੰ ਮੂਮੈਂਟਸ ਯਾਦ ਆਉਂਦੇ ਜਿਹੜਾ ਪਹਿਲੀ ਵਾਰ ਜਦੋਂ ਤੁਸੀਂ ਰੈਸਲਿੰਗ ਕੀਤੀ? ਮੇਰੀ ਤਿਆਰੀ ਚੱਲ ਰਹੀ, ਮੇਰੀ ਲੜਕੀਆਂ ਦੇ ਨਾਲ ਤਿਆਰੀ ਜਿੱਦਾਂ ਚੱਲ ਰਹੀ ਹੈ, ਅਤੇ ਮੈਂ ਜਿਹੜਾ ਮੈਨੂੰ ਯਾਦ ਵੀ ਆਉਂਦਾ, ਔਰ ਮੈਨੂੰ ਉਹਦੇ 'ਤੇ ਕੋਈ ਉਹ ਨਹੀਂ ਗੱਲ ਹੈਗੀ। ਲੜਕੇ ਦੇ ਨਾਲ ਮੈਂ ਫਾਈਟ ਕਰ ਰਹੀ ਸੀ, ਉਹਨੇ ਮੇਰੇ ਪੱਟ 'ਤੇ ਹੱਥ ਰੱਖਿਆ ਸੀਗਾ, ਮਤਲਬ ਕਿ ਉਹਨੂੰ ਮੈਂ ਉਠਾ ਰਹੀ ਸੀ, ਉਹਨੇ ਮੇਰੇ ਪੱਟ 'ਤੇ ਹੱਥ ਰੱਖਿਆ, ਅਤੇ ਕਈ ਲੋਕ ਇੱਦਾਂ ਦੀਆਂ ਗੱਲਾਂ ਕਰ ਰਹੇ ਸੀ, ਮੁੰਡਾ ਹੈਗਾ, ਮੈਂ ਫਿਰੋਜ਼ਪੁਰ ਆਈ, ਮੁੰਡਾ ਹੈਗਾ, ਉਹਨੇ ਪੱਟ 'ਤੇ ਹੱਥ ਰੱਖਿਆ ਹੈਗਾ, ਅਤੇ ਉਹ ਚੀਜ਼ ਜਿੱਦਾਂ ਫੀਲ ਕਰਦੇ ਆ ਵੀ ਕੁੜੀ ਹੈ ਪੱਟ 'ਤੇ ਹੱਥ, ਬਟ ਮੈਨੂੰ ਨਹੀਂ ਇਹ ਚੀਜ਼ ਲੱਗਦੀ ਹੈਗੀ, ਕਿਉਂਕਿ ਮੈਂ ਇੱਕ ਪਲੇਅਰ ਹਾਂ, ਅਤੇ ਮੈਂ ਉੱਥੇ ਇਹ ਤਾਂ ਨਹੀਂ ਮੈਂ ਕੁੜੀ ਹਾਂ ਅਤੇ ਕੁੜੀ ਬਣ ਕੇ ਉਹ ਗੇਮ ਕਰ ਰਹੀ ਹਾਂ। ਉਹ ਚੀਜ਼ ਮੈਨੂੰ ਯਾਦ ਵੀ ਹਮੇਸ਼ਾ ਰਹੂਗੀ, ਪਰ ਮੇਰੇ ਵਾਸਤੇ ਵਧੀਆ ਹੈ, ਕਿਉਂਕਿ ਉਹ ਚੀਜ਼ ਜਦੋਂ ਮੈਂ ਦੇਖਦੀ ਹਾਂ ਜਾਂ ਮੈਂ ਹੁਣ ਜਿੱਦਾਂ ਤੁਸੀਂ ਇੰਟਰਵਿਊ ਲੈਣ ਆਏ, ਜਦੋਂ ਮੰਮਾ ਦੇਖਦੇ ਉਹਨਾਂ ਨੂੰ ਪ੍ਰਾਊਡ ਫੀਲ ਹੁੰਦਾ। ਮੈਂ ਕਿਹਾ ਪੱਟ 'ਤੇ ਹੱਥ ਰੱਖਣ ਨਾਲ ਕੀ ਹੋ ਜਾਊਗਾ, ਕੁੜੀਆਂ ਤੇ ਇਹਦਾ ਮਤਲਬ ਮੁੰਡਿਆਂ ਨਾਲ ਗੇਮ ਨਹੀਂ ਕਰ ਸਕਦੀ। ਹੱਥ ਤਾਂ ਜਦੋਂ ਇੱਕ ਰਿੰਗ ਦੇ ਵਿੱਚ ਆ ਕਿਤੇ ਵੀ ਲੱਗ ਸਕਦਾ।
ਹਾਂਜੀ ਤਾਂ ਉਸ ਚੀਜ਼ ਦਾ ਮਤਲਬ ਉਸ ਚੀਜ਼ ਦੀਆਂ ਉਦੋਂ ਦਾ ਤੁਸੀਂ ਇੱਕ ਪਲੇਅਰ ਹੋ। ਹਾਂਜੀ, ਪਰ ਉਹਦੇ ਤੇ ਵੀ ਲੋਕੀ ਟਿੱਪਣੀਆਂ ਕਰਦੇ, ਗੱਲਾਂ ਕਰਦੇ, ਲੈ ਕੁੜੀ ਹਾਏ ਉਹਨੇ ਪੱਟ ਤੇ ਹੱਥ ਰੱਖਿਆ, ਜਾਂ ਆਪਾਂ ਕਰਦੇ ਜਿੱਦਾਂ ਇੱਕ ਦੂਜੇ ਨੂੰ ਪੁਸ਼ ਕਰਦੇ ਆ, ਉਹ ਹੱਥ ਲਾਉਂਦੇ ਹੈਗੇ ਆ, ਤੇ ਕਿੱਦਾਂ ਦਾ ਲੱਗਦਾ ਤੁਹਾਨੂੰ, ਫੀਲ ਨਹੀਂ ਹੁੰਦਾ? ਮੈਂ ਕਿਹਾ ਫੀਲ ਕਿਉਂ ਹੋਊਗਾ, ਉੱਥੇ ਮੈਂ ਨਹੀਂ ਸੋਚਦੀ ਮੈਂ ਇੱਕ ਕੁੜੀ ਆ, ਹੈ ਨਾ। ਇੱਕ ਮਰਦ ਨੂੰ ਜੇ ਜਨਮ ਦੇ ਸਕਦੀ, ਫਿਰ ਮੈਂ ਗੇਮ ਕਿਉਂ ਨਹੀਂ ਕਰ ਸਕਦੀ। ਜੀ। ਅੱਛਾ, ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਹੈ? ਮੈਨੂੰ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਸਟਰਗਲ ਜਿਹੜੀ ਤੁਹਾਡੀ ਲਾਈਫ ਦੇ ਵਿੱਚ ਰਹੀ ਹੈ। ਹਾਂਜੀ, ਅਸੀਂ 5 ਸਿਸਟਰ, 1 ਬ੍ਰਦਰ। 2 ਸਿਸਟਰ ਦੀ ਮੇਰੀ ਡੈਥ ਹੋ ਚੁੱਕੀ ਹੈ। ਇੱਕ ਮੈਰਿਡ ਸੀ, ਜੀਜਾ ਜੀ ਦੀ ਵੀ, 2 ਬੱਚਿਆਂ ਦੀ ਵੀ, ਅਤੇ ਇੱਕ ਮੇਰੇ ਤੋਂ ਛੋਟੀ ਸਿਸਟਰ ਸੀ, ਉਹਨਾਂ ਦੀ ਡੈਥ ਹੋ ਗਈ, ਅਤੇ ਮੇਰੇ ਫਾਦਰ ਸਾਹਿਬ ਦੀ ਵੀ ਥੋੜ੍ਹੇ ਮੰਥ ਹੋਏ ਡੈਥ ਹੋਈ ਨੂੰ ਜੀ। ਜੀ। ਇੰਨੀਆਂ ਡੈਥਸ ਕਿਵੇਂ ਇੱਕਦਮ ਪਰਿਵਾਰ ਦੇ ਵਿੱਚ ਹੋ ਜਾਣੀਆਂ? ਜਿੱਦਾਂ ਕਿ ਜੇ ਮੈਂ ਬਚਪਨ ਦੀ ਗੱਲ ਲਵਾਂ, ਸਾਡਾ ਜਿਹੜਾ ਟਾਈਮ ਸੀਗਾ ਬਹੁਤ ਜ਼ਿਆਦਾ ਵਧੀਆ ਸੀਗਾ, ਅਤੇ ਜਦੋਂ ਮੈਂ 7-8 ਸਾਲ ਦੀ ਹੁੰਦੀ ਹਾਂ, ਅਤੇ ਮੇਰੇ ਫਾਦਰ ਸਾਹਿਬ ਨਾਲ ਕੰਮ ਤੋਂ ਚੀਟ ਹੁੰਦਾ, ਜਿਹਦੇ ਕਰਕੇ ਉਹ ਡਿਪਰੈਸ ਹੋ ਜਾਂਦੇ, ਮੈਂਟਲੀ ਡਿਸਟਰਬ ਇੰਨਾ ਕੁ ਜ਼ਿਆਦਾ ਹੋ ਜਾਂਦੇ ਕਿ ਉਹਨਾਂ ਨੂੰ ਜਿੱਦਾਂ ਕਿ ਸਾਡੀ ਵੀ ਹੋਸ਼ ਨਹੀਂ ਰਹਿੰਦੀ ਸੀ ਵੀ ਸਾਡੇ ਬੱਚੇ, ਸਿਰਫ ਉਹਨਾਂ ਨੂੰ ਮੇਰੇ ਮੰਮਾ ਹੀ ਯਾਦ ਰਹਿੰਦੇ ਸੀਗੇ, ਵੀ ਬੱਚਿਆਂ ਨੂੰ ਹੀ ਭੁੱਲ ਜਾਂਦੇ ਸੀਗੇ ਕਿ ਉਹਨਾਂ ਦੇ ਇੰਨੇ ਬੱਚੇ ਵੀ ਹੈਗੇ ਆ। ਫਾਦਰ ਸਾਹਿਬ ਜਦੋਂ ਮੈਂਟਲੀ ਅਪਸੈਟ ਹੋਏ ਤਾਂ ਮਤਲਬ ਇੱਕਦਮ ਸਾਰਾ ਕੁਝ ਬਿਖਰ ਗਿਆ, ਅਤੇ ਮੇਰੇ ਦੀਦੀ ਵੀ ਬਹੁਤ ਜ਼ਿਆਦਾ ਸਟਰੈਸ ਲੈਣ ਲੱਗ ਗਏ। ਛੋਟੀ ਏਜ ਦੇ ਵਿੱਚ ਉਹਨਾਂ ਦੀ ਮੈਰਿਜ ਕਰ ਦਿੱਤੀ, ਕਿਉਂਕਿ 5 ਭੈਣਾਂ ਸੀਗਾ, ਕਹਿੰਦੇ ਕਿ ਇਹਨਾਂ ਦਾ ਵਿਆਹ ਕਰ ਦਿਓ ਵੀ ਔਖੇ ਹੋਣਗੇ। ਮੇਰਾ ਵੀ ਕਹਿੰਦੇ ਸੀ ਤੇਰਾ 14 ਸਾਲ ਦੇ ਵਿੱਚ, ਜਿੱਦਾਂ ਲੋਕੀ ਕਹਿ ਦਿੰਦੇ ਰਿਸ਼ਤੇਦਾਰ ਨੋਰਮਲੀ ਗੱਲ ਕਹਿ ਦਿੰਦੇ ਕਰ ਦਿਓ 5 ਕੁੜੀਆਂ, ਬਟ ਮੇਰੀ ਮੰਮਾ ਕਹਿੰਦੇ ਸੀ ਨਹੀਂ। ਤਾਂ ਉਸ ਕਰਕੇ ਕਾਫੀ ਚੀਜ਼ਾਂ ਔਂਕੜਾ ਕਹਿੰਦੇ ਕਿ ਆਈਆਂ ਨੇ ਜੀ। ਤਾਂ ਰੈਸਲਿੰਗ ਦੀ ਆਪਾਂ ਗੱਲ ਕਰ ਰਹੇ ਹਾਂ, ਰੈਸਲਿੰਗ ਦੇ ਵਿੱਚ ਆਉਣਾ ਤੁਹਾਡਾ ਆਪਣਾ ਡਿਸੀਜਨ ਸੀ ਜਾਂ ਤੁਹਾਨੂੰ ਕਿਸੇ ਨੇ ਮੋਟੀਵੇਟ ਕੀਤਾ? ਨਹੀਂ ਜੀ, ਮੇਰਾ ਖੁਦ ਦਾ ਡਿਸੀਜ਼ਨ ਸੀ ਜੀ। ਜੀ, ਕਿਉਂਕਿ ਮੈਂ ਪਲੇਅਰ ਸੀਗੀ, ਔਰ ਮੈਨੂੰ ਇੱਕ ਕਹਿ ਲਓ ਕਿ ਮੈਂ ਨਾਲ ਮਿਊਜ਼ਿਕ ਵੀ ਕਰਦੀ, ਸਿੰਗਿੰਗ ਵੀ ਕਰਦੀ ਹਾਂ। ਮੇਰੇ ਸੌਂਗ ਆਏ ਵੀ ਹੋਏ ਆ ਵੀ ਰਹੇ ਆ, ਬੋਲੀਵੁੱਡ ਵੀ ਸੌਂਗ ਆ ਰਹੇ ਆ। ਰੈਸਲਿੰਗ ਇੱਕ ਮੈਂ ਪਲੇਅਰ ਹਾਂ ਨਾ, ਕਿਉਂਕਿ ਜਿਹੜਾ ਕੀੜਾ ਕਹਿੰਦੇ ਨਾ ਮਰਦਾ ਨਹੀਂ ਹੈ ਪਲੇਅਰ ਦਾ ਕੀੜਾ। ਸੌਂਗ 'ਤੇ ਜੇ ਮੈਂ ਸਿੰਗਿੰਗ ਕਹਿ ਲਾਂ, ਪਹਿਲਾਂ ਤਾਂ ਇੱਕ ਮਜਬੂਰੀ ਸੀ, ਕਿਉਂਕਿ ਆਪਾਂ ਨੂੰ ਪੈਸਾ ਵੀ ਚਾਹੀਦਾ, ਕਿਉਂਕਿ ਮੈਂ ਦੇਖੋ ਜੇ ਮੈਂ ਬਚਪਨ ਦੀ ਗੱਲ ਕਰਾਂ, ਜਦੋਂ ਮੇਰੇ ਫਾਦਰ ਸਾਹਿਬ ਮੈਂਟਲੀ ਅਪਸੈਟ ਹੁੰਦੇ, ਮੈਂ ਦਿਹਾੜੀਆਂ ਕੀਤੀਆਂ ਹੋਈਆਂ। ਕਹਿੰਦੇ ਨਾ ਆਲੂ ਪੱਟੇ, ਗੋਡੀ ਗੋਡੀ ਅਰਬੀ, ਜਦ ਕਿ ਮੈਂ ਰਹਿਣ ਵਾਲੀ ਫਿਰੋਜ਼ਪੁਰ ਸਿਟੀ ਦੀ ਹਾਂ, ਪਰ ਕੰਮ ਸਾਰੇ ਮੈਂ ਇੱਦਾਂ ਦੇ ਕੀਤੇ, ਕੋਈ ਇਹ ਨਹੀਂ ਕਹਿ ਸਕਦਾ ਹਾਂ ਕੁੜੀ ਸ਼ਹਿਰ ਦੀ ਆਈ ਹੈ, ਇੱਦਾਂ ਨਹੀਂ। ਮੈਂ ਸਾਰੇ ਪਿੰਡਾਂ ਵਾਲੇ ਕੰਮ ਕੀਤੇ, ਦਿਹਾੜੀਆਂ, ਨਰਮਾ ਵੀ ਚੁਗਿਆ। ਈਵਨ ਕਿ ਮੇਰੇ ਜਿਹੜੇ ਛੋਟੀਆਂ ਸਿਸਟਰ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਨਰਮਾ ਕੀ ਹੁੰਦਾ, ਜਾਂ ਉਹਨਾਂ ਨੂੰ ਵੱਟ ਨਹੀਂ, ਜੇ ਹੁਣ ਆਪਾਂ ਇੱਥੇ ਬੈਠੇ ਖੇਤਾਂ 'ਚ, ਉਹਨਾਂ ਨੂੰ ਵੱਟ ਦਾ ਨਹੀਂ ਪਤਾ। ਅਤੇ ਮੈਂ ਉਹ ਕੰਮ ਕੀਤੇ ਹੋਏ ਨੇ ਜਿਹੜੇ ਮਤਲਬ ਸੋਚ ਸਕਦੇ ਨੇ ਕੁੜੀਆਂ ਕਰ ਹੀ ਨਹੀਂ ਸਕਦੀਆਂ, ਮੁੰਡੇ ਕਰਦੇ, ਪਰ ਮੈਂ ਸਮਝਦੀ ਨਹੀਂ ਕਿ ਮੈਂ ਮੁੰਡਿਆਂ ਤੋਂ ਘੱਟ ਹਾਂ ਜੀ। ਤਾਂ ਹੁਣ ਜਿਹੜੀ ਤੁਸੀਂ ਰੈਸਲਿੰਗ ਦੀ ਤਿਆਰੀ ਕਰ ਰਹੇ ਹੋ, ਤਾਂ ਜਿਹੜਾ ਹੁਣ ਤੁਸੀਂ ਕਦੋਂ ਫਿਰ ਉੱਚ ਪੱਧਰ 'ਤੇ ਕਦੋਂ ਖੇਡਣ ਵਾਲੇ ਹੋ? ਹਾਂ, ਬਸ ਜਲਦੀ, ਤੁਸੀਂ ਥੋੜ੍ਹੇ ਦਿਨਾਂ ਤੱਕ ਦੇਖੋਗੇ ਜੀ। ਜੀ। ਅਤੇ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਜਿਹੜੇ ਮੈਚਿਸ ਆਪਣੇ ਲਗਾਏ ਨੇ? ਹਾਂਜੀ, ਮੈਂ ਕਬੱਡੀ ਵੀ ਅੱਛੀ ਖੇਲਦੀ ਸੀ, ਮੈਂ ਤਾਈਕਵਾਂਡੋ ਵੀ ਵਧੀਆ ਲੈਵਲ 'ਤੇ ਖੇਲ ਚੁੱਕੀ ਹਾਂ, ਪਰ ਤਾਈਕਵਾਂਡੋ ਵਿੱਚ ਸੱਟ ਲੱਗਣ ਕਰਕੇ ਮੇਰੇ ਮੰਮਾ ਨੇ ਗੇਮ ਛੁਡਵਾ ਦਿੱਤੀ, ਕਿਉਂਕਿ ਫਾਦਰ ਸਾਹਿਬ ਮੈਂਟਲੀ ਅਪਸੈਟ ਸੀਗੇ, ਅਤੇ ਮੰਮਾ ਕਹਿੰਦੀ ਵੀ 2 ਸਿਸਟਰ ਦੀ ਮਤਲਬ ਕਿ ਬਿਨਾਂ ਇਲਾਜ ਤੋਂ ਡੈਥ ਹੋਈ, ਅਤੇ ਕਹਿੰਦੀ ਮੈਂ ਨਹੀਂ ਚਾਹੁੰਦੀ ਕਿ ਵੀ ਤੇਰਾ ਇਲਾਜ ਨਾ ਹੋ ਸਕੇ ਅਤੇ ਕੱਲ੍ਹ ਨੂੰ ਕੋਈ ਗੱਲ ਹੋਵੇ, ਇਸ ਕਰਕੇ ਫਿਰ ਮੈਂ ਮਿਊਜ਼ਿਕ ਰੱਖ ਲਿੱਤਾ ਸੀ ਜੀ। ਅਤੇ ਖਲੀ ਜੀ ਦੇ ਨਾਲ ਫਿਰ ਕਦੇ ਫਾਈਟ ਕੀਤੀ? ਨਹੀਂ ਸਰ, ਤਿਆਰੀ ਕਰਵਾਉਂਦੇ ਨੇ, ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ, ਸਾਡੇ ਇੰਡੀਆ ਦਾ, ਪੰਜਾਬ ਦਾ ਉਹਨਾਂ ਨੇ ਨਾਮ ਰੋਸ਼ਨ ਕੀਤਾ, ਜਾਂ ਮੈਂ ਉਹਨਾਂ ਦੀ ਸਟੂਡੈਂਟ, ਆਈ ਐਮ ਲੱਕੀ ਕਿ ਮੈਂ ਉਹਨਾਂ ਦੀ ਸਟੂਡੈਂਟ ਹਾਂ ਜੀ। ਕਿਸ ਤਰ੍ਹਾਂ ਫਿਰ ਤੁਹਾਨੂੰ ਕੀ ਉਹ ਟਿਪਸ ਦਿੰਦੇ ਨੇ, ਜਾਂ ਜਦੋਂ ਤੁਹਾਨੂੰ ਤਿਆਰੀ ਕਰਵਾਉਂਦੇ ਨੇ ਕੀ ਕਹਿ ਕੇ ਤੁਹਾਨੂੰ ਮੋਟੀਵੇਟ ਰੱਖਦੇ ਨੇ ਕਿ ਤੁਸੀਂ ਫੋਕਸਡ ਰਹੋ? ਹਾਂਜੀ, ਇੱਕ ਤਾਂ ਜਿਹੜਾ ਹੁੰਦਾ ਨਾ ਡਰ, ਕੁੜੀਆਂ, ਇੱਕ ਜਿਹੜਾ ਕੁੜੀਆਂ ਕਹਿੰਦੇ ਡਰਦੀਆਂ ਜਾਂ ਕੋਮਲ, ਉਹ ਚੀਜ਼ ਮੈਨੂੰ ਲੱਗਦਾ ਉਹ ਚੀਜ਼ਾਂ ਕੱਢਦੇ ਆ। ਉਹ ਕਹਿੰਦੇ ਕਿ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਹੀ ਸੀ ਵੀ ਕੁੜੀਆਂ, ਇੱਕ ਮਰਦ ਨੂੰ ਪੈਦਾ ਕਰਨ ਵਾਲੀ ਔਰਤ ਕਿੱਦਾਂ ਕਮਜ਼ੋਰ ਹੋ ਸਕਦੀ, ਕਹਿੰਦੇ ਨਾ ਇੱਕ ਮਰਦ ਤਾਕਤਵਰ ਹੁੰਦਾ, ਨਹੀਂ, ਇੱਕ ਔਰਤ ਆਪਣੇ 'ਚੋਂ ਇੱਕ ਮਰਦ ਨੂੰ ਪੈਦਾ ਕਰਦੀ ਹੈ ਨਾ, ਉਹ ਚੀਜ਼ ਸਰ ਵੀ ਕਹਿੰਦੇ ਆ। ਜਦੋਂ ਰਿੰਗ 'ਚ ਮੰਨ ਲਓ ਜੇ ਅਸੀਂ ਜਾਣਾ ਹੁੰਦਾ, ਤਾਂ ਸਰ ਇੱਕੋ ਗੱਲ ਕਹਿੰਦੇ ਹੁੰਦੇ, ਕਦੀ ਇਹ ਨਹੀਂ ਸਮਝਣਾ ਕਿ ਮੈਂ ਕੁੜੀ ਹਾਂ ਜਾਂ ਮੈਂ ਇੱਦਾਂ ਕਰ ਨਹੀਂ ਸਕਦੀ, ਕਹਿੰਦੇ ਔਰਤ ਮਰਦ ਤੋਂ ਜ਼ਿਆਦਾ ਤਾਕਤਵਰ ਹੁੰਦੀ, ਸੋ ਤੁਸੀਂ ਉਹ ਕਰ ਸਕਦੇ ਜਿਹੜਾ ਮਰਦ ਵੀ ਨਹੀਂ ਕਰ ਸਕਦਾ ਜੀ। ਤਾਂ ਬਚਪਨ ਕਿਸ ਤਰ੍ਹਾਂ ਦਾ ਸੀ? ਜਿਵੇਂ ਤੁਸੀਂ ਦੱਸਿਆ ਕਿ ਫਾਦਰ ਸਾਹਿਬ ਮੈਂਟਲੀ ਅਪਸੈਟ ਹੋ ਗਏ ਸੀਗੇ, ਔਰ ਬੜੀ ਛੋਟੀ ਉਮਰ ਦੇ ਵਿੱਚ ਤੁਹਾਡੇ 'ਤੇ ਜ਼ਿੰਮੇਵਾਰੀ ਪੈ ਗਈ ਸੀਗੀ, ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਦਿਹਾੜੀਆਂ ਵੀ ਮੈਂ ਕੀਤੀਆਂ, ਨਰਮਾ ਵੀ ਮੈਂ ਚੁਗਿਆ, ਅਤੇ ਖੇਤਾਂ ਦੇ ਵਿੱਚੋਂ ਮਤਲਬ ਮਜ਼ਦੂਰ ਦੇ ਇੱਕ ਸਫ਼ਰ ਤੋਂ ਲੈ ਕੇ ਅਤੇ ਹੁਣ ਰੈਸਲਰ ਤੱਕ ਦਾ ਸਫ਼ਰ ਕਿਵੇਂ ਯਾਦ ਕਰਦੇ ਹੋ? ਜਿਹੜਾ ਤਾਂ ਬਚਪਨ ਦਾ, ਜਦੋਂ ਮੇਰੇ ਫਾਦਰ ਸਾਹਿਬ ਬਿਲਕੁਲ ਠੀਕ ਸੀਗੇ, ਉਹ ਜਿਹੜਾ ਸਫ਼ਰ ਸੀ ਉਹ ਮੇਰੇ ਲਈ ਬਹੁਤ ਵਧੀਆ ਸੀਗਾ, ਕਿਉਂਕਿ ਸਾਨੂੰ ਦੇਖੋ ਰਾਜਾ ਤਰ੍ਹਾਂ ਰੱਖਿਆ ਸੀਗਾ,
ਤੇ ਜਦੋਂ ਫਾਦਰ ਸਾਹਿਬ ਮੈਂਟਲੀ ਡਿਸਟਰਬ ਹੋ ਜਾਂਦੇ ਆ ਤੇ ਅਸੀਂ ਉਹ ਚੀਜ਼ ਨੂੰ ਇਹ ਨਹੀਂ ਕਹਿ ਸਕਦੇ ਵੀ ਗਰੀਬੀ, ਸਾਡੇ ਕੋਲ ਮਾਂ ਪਿਓ ਸੀ, ਸਾਡੇ ਵਰਗਾ ਰਾਜਾ ਕੋਈ ਨਹੀਂ ਸੀ। ਅਸੀਂ ਇਹ ਨਹੀਂ ਸਮਝਦੇ ਜੇ ਮਾੜਾ ਟਾਈਮ ਸੀ। ਸਿਰਫ ਦੁੱਖ ਇਸ ਗੱਲ ਦਾ ਹੈ ਕਿ ਮੇਰੇ ਫਾਦਰ ਸਾਹਿਬ ਨੂੰ ਅਸੀਂ ਵੀ ਯਾਦ ਨਹੀਂ ਸੀ ਰਹਿੰਦੇ। ਕਈ ਵਾਰੀ ਤਾਂ ਉਹਨਾਂ ਨੂੰ ਸੰਗਲਾਂ ਨਾਲ ਬੰਨਣਾ ਪੈਂਦਾ ਸੀ। ਉਹਨਾਂ ਨੂੰ ਜਦੋਂ ਬੰਨ੍ਹਦੇ ਸੀਗੇ ਸਾਡੇ ਲਈ ਬੜਾ ਔਖਾ ਹੁੰਦਾ ਸੀ, ਕਿਉਂਕਿ ਇੱਕ 5 ਧੀਆਂ ਦਾ ਪਿਓ ਆ ਨਾ, ਕੁੜੀ ਕਦੀ ਨਹੀਂ ਚਾਹੁੰਦੀ ਹੁੰਦੀ ਜਿਨ੍ਹਾਂ ਨੂੰ ਇੱਕ ਰਾਜਾ ਤਰ੍ਹਾਂ ਰੱਖਿਆ ਗਿਆ ਜਿਹੜੇ ਬੱਚਿਆਂ ਨੂੰ। ਕਿੰਨੇ ਸਾਲ ਦੇ ਸੀ ਤੁਸੀਂ? ਮੈਂ 7-8 ਸਾਲ ਦੀ ਸੀ ਸਿਰਫ। 7-8 ਸਾਲ ਦੇ ਤੁਸੀਂ ਲੱਗੇ ਸੀ ਦਿਹਾੜੀ ਕਰਨੀ ਸੀਗੀ। ਇੱਕ ਜਿਹੜਾ ਹੁੰਦਾ ਨਾ ਜਦੋਂ ਇੱਕ ਬੱਚੇ ਤੇ ਇੱਕ ਜ਼ਿੰਮੇਵਾਰੀ, ਜਦੋਂ ਸਟ੍ਰੈਸ ਹੋ ਜਾਂਦਾ ਵੀ ਅਸੀਂ ਇੰਨੇ ਪਰਿਵਾਰ ਦੇ ਮੈਂਬਰ ਹੈ, ਸਾਡੇ ਮੰਮਾ ਇੱਦਾਂ ਰੋਲ, ਅਸੀਂ ਕਦੀ ਨਹੀਂ ਉਹਨਾਂ ਨੂੰ ਦੇਖਿਆ। ਮੈਚਿਓਰਟੀ ਇੱਕ ਪਰਮਾਤਮਾ ਵੱਲੋਂ ਹੀ ਉਹ ਚੀਜ਼ ਆ ਜਾਂਦੀ ਹੁੰਦੀ। ਮੇਰੇ ਚਾਚਾ ਜੀ ਦੀ ਬੇਟੀ ਹੈ ਖੁਸ਼ਦੀਪ ਕੌਰ ਵਰਿੰਦਾ, ਉਹ 8 ਸਾਲ ਦੀ, ਉਹਦੇ 'ਚ ਇੰਨੀ ਮੈਚਿਓਰਟੀ ਨਾ, ਹੁਣ 8 ਸਾਲ ਦੀ ਹੈ। ਤੇ ਉਹ ਮੈਂ ਉਹ ਚੀਜ਼ ਜਦੋਂ ਮੈਂ ਆਪਣਾ ਬਚਪਨ ਯਾਦ ਕਰਦੀ ਨਹੀਂ ਨਾ, ਬੜਾ ਔਖਾ। ਵੈਸੇ ਅਸੀਂ ਉਹ ਬਚਪਨ ਨਹੀਂ ਮੰਨਿਆ ਜਿਹੜਾ ਬੱਚੇ ਮਾਣਦੇ ਆ, ਖੇਡਦੇ ਆ ਬੇਫਿਕਰੇ। ਸਾਡੇ 'ਤੇ ਇੱਕ ਜ਼ਿੰਮੇਵਾਰੀ ਜਿਹੜੀ ਨਾ ਬਚਪਨ ਤੋਂ ਪੈ ਗਈ ਸੀ। ਔਰ ਅਸੀਂ ਮੰਮਾ ਨੂੰ ਘਰੇ ਲਿਆਂਦਾ ਔਰ ਮੈਂ ਦਿਹਾੜੀਆਂ ਕਰਦੇ ਨਾਲ ਸਕੂਲ ਜਾਣਾ। ਬਹੁਤ ਔਖਾ ਸੀਗਾ, ਬਹੁਤ ਜ਼ਿਆਦਾ। ਉਸ ਟਾਈਮ ਇੱਦਾਂ ਦਾ ਸੀ ਨਾ, ਮਾੜੇ ਟਾਈਮ 'ਤੇ ਸਾਰਿਆਂ ਨੇ ਹੀ ਸਾਥ ਛੱਡ ਦਿੱਤਾ, ਕੋਈ ਨਾਲ ਨਹੀਂ ਖੜਿਆ। ਨਲਕਾ ਨਹੀਂ ਸੀ ਹੁੰਦਾ, ਨਲਕਾ ਸਾਡਾ 17 'ਚ ਲੱਗਾ। 2017 ਚ? ਹਾਂਜੀ, ਮੈਂ ਬਾਬਾ ਫਰੀਦ 'ਤੇ ਵਿਨਰ ਰਹੀ ਸੀਗੇ। ਮੈਂ ਅਤੇ ਮੇਰੀ ਕਜ਼ਨ ਸਿਸਟਰ ਕਾਜਲ ਅਟਵਾਲ। ਅਸੀਂ ਸੂਫੀਆਨਾ ਸਿੰਗਿੰਗ 'ਚ ਸਾਨੂੰ 50,000 ਮਿਲਿਆ। ਉਦੋਂ ਅਸੀਂ ਨਲਕਾ ਲਵਾਇਆ ਗੇਟ। ਹਾਂਜੀ, ਫਸਟ ਟਾਈਮ ਸਾਡੀ ਫਸਟ ਪਰਫੋਰਮੈਂਸ ਸੀਗੀ, ਫਸਟ ਸਟੇਜ। ਤਾਂ ਹੁਣ ਤੁਸੀਂ ਫਿਰ ਕਿੰਨੇ ਸਾਲ ਹੋ ਗਏ ਸੰਗੀਤ ਸਿੱਖਦਿਆਂ ਨੂੰ? ਤੁਸੀਂ ਕਿਹਾ ਗਾਣੇ ਵੀ ਆਏ ਆ? ਹਾਂਜੀ, ਮੈਨੂੰ 10 ਸਾਲ ਹੋ ਚੱਲੇ ਆ ਜੀ। ਜੀ। ਤਾਂ ਕੋਈ ਗਾਣਾ ਵੀ ਸੁਣਾਓ ਸਾਨੂੰ। ਹਾਂਜੀ। ਹੋ ਰੱਬ ਰੋਟੀ ਦੇ ਦਿੰਦਾ ਨਾ, ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ, ਪੈਂਦੀ ਮਿਹਨਤ ਕਰਨੀ ਬਈ, ਚੰਗਾ ਟਾਈਮ ਆਪੇ ਨਹੀਂ ਆਉਂਦਾ। ਉਹੀ ਗੱਲਾਂ ਕਰਦੇ ਨੇ, ਉਹੀ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਆਪ ਨਹੀਂ ਕੁਝ ਕਰਨਾ। ਇੱਕ ਦਿਨ ਖੁੱਲ ਕੇ ਬੋਲਣ ਲਈ ਬੱਲਿਆਂ ਪੈਂਦਾ ਬੜਾ ਕੁਝ ਜਰਨਾ। ਵੈਰੀ ਨਾਈਸ, ਕਾਫੀ ਬੁਲੰਦ ਆਵਾਜ਼ ਹੈ ਤੁਹਾਡੀ। ਥੈਂਕ ਯੂ ਜੀ। ਲੱਗਦਾ ਵੀ ਹਾਂ 10 ਸਾਲ ਦੀ ਪ੍ਰੈਕਟਿਸ ਹੈ। ਬਟ ਹੁਣ ਮੇਰਾ ਰਿਆਜ਼ ਨਹੀਂ ਹੁੰਦਾ ਗੇਮ ਕਰਕੇ, ਕਿਉਂਕਿ ਜ਼ਿਆਦਾ ਮੈਂ ਗੇਮ ਵੱਲੇ ਧਿਆਨ ਦਿੰਦੀ ਜੀ। ਤਾਂ ਹੁਣ ਜਿਵੇਂ ਡਾਈਟ ਡੂਇਟ ਫਿਰ ਕੀ ਖਾਂਦੇ ਹੋ? ਮੈਂ ਦੇਖ ਰਹੀ ਹਾਂ ਡਾਢੇ ਕਾਫੀ ਹੋ ਤੁਸੀਂ, ਖਾਣਾ ਪੀਣਾ ਕਿਹੋ ਜਿਹਾ ਤੁਹਾਡਾ? ਨੈਚੁਰਲੀ ਇਹ ਖਾਣਾ ਪੀਣਾ, ਨੌਨ ਵੈਜ ਵੀ ਖਾਈਦਾ। ਰੈਸਲਰਸ ਵਾਲਾ ਹੈ, ਜਿਵੇਂ ਰੈਸਲਰਸ ਕਹਿੰਦੇ ਵੀ 10-10 12-12 ਰੋਟੀਆਂ ਖਾ ਜਾਂਦੇ ਆ। ਨਹੀਂ ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਰੋਟੀਆਂ ਤਾਂ ਵੈਸੇ ਵੀ ਘਟਾਈਆਂ ਹੋਈਆਂ ਹੈ। ਹਾਂਜੀ, ਐਗ ਵਗੈਰਾ ਖਾਈਦੇ ਆ ਅਤੇ ਬਾਕੀ ਨੌਨ ਵੈਜ ਵਗੈਰਾ ਨੈਚੁਰਲੀ ਜੋ ਜੀ। ਅੱਛਾ, ਜਦੋਂ ਤੁਸੀਂ ਰਿੰਗ 'ਚ ਜਾਂਦੇ ਹੋ ਸਾਹਿਬ, ਅਤੇ ਤੁਹਾਡੇ ਸਾਹਮਣੇ ਇੱਕ ਜੈਂਟਸ ਹੁੰਦਾ ਹੈ, ਕਿ ਉਹ ਕਦੇ ਜੈਂਟਸ ਤੁਹਾਨੂੰ ਦੇਖ ਕੇ ਨਰਵਸ ਹੋਇਆ ਵੀ ਯਾਰ ਸਾਡੇ ਨਾਲ ਇੱਕ ਕੁੜੀ ਫਾਈਟ ਕਰਨ ਆਈ ਹੈ? ਜੇ ਮੈਂ ਕਹਾਂ ਪਲੇਅਰ ਕਦੀ ਵੀ ਨਰਵਸ ਨਹੀਂ ਹੁੰਦਾ। ਹਾਂ, ਕਿਤੇ ਉਹਨਾਂ ਨੂੰ ਸ਼ਾਇਦ ਲੱਗੇ, ਪਰ ਮੈਨੂੰ ਨਹੀਂ ਲੱਗਦਾ ਜੇ ਉਹ ਅਸੀਂ ਕਰਦੇ ਹੈਗੇ ਆ। ਜੇ ਕਹਿ ਦਿੰਦੇ ਕਿ ਉਹ ਵੀ ਸਾਡੇ ਤੋਂ ਜ਼ਿਆਦਾ ਹੁੰਦੇ ਆ। ਕੰਪਨਸੇਟ ਕਰਦੇ ਆ ਮਾੜਾ ਮੋਟਾ ਤੁਹਾਨੂੰ ਵੀ ਕੁੜੀ ਆ ਯਾਰ, ਮਾੜਾ ਜਿਹਾ ਕੋਈ ਗੱਲ ਨਹੀਂ ਕੰਪਨਸੇਟ ਕਰ ਦੋ, ਵੀ ਬਹੁਤਾ ਕੋਈ ਟਫ ਫਾਈਟ ਨਾ ਲਾਈਏ? ਨਹੀਂ ਨਹੀਂ, ਇੱਦਾਂ ਤਾਂ ਕੁਛ ਨਹੀਂ ਹੈ। ਅੱਛਾ। ਹਾਂ, ਇੱਦਾਂ ਤਾਂ ਕੁਛ ਨਹੀਂ ਹੈ। ਹਾਂ, ਬਰਾਬਰ 'ਤੇ ਹੈ ਸਾਰਾ ਕੁਛ ਜੀ। ਤੇ ਫਿਰ ਕੀ ਸੋਚਿਆ ਵੀ ਕਿਸ ਲੈਵਲ 'ਤੇ ਪਹੁੰਚਣਾ ਚਾਹੁੰਦੇ ਹੋ ਤੁਸੀਂ, ਕਿਉਂਕਿ ਬੜੀ ਸਖਤ ਮਿਹਨਤ ਕਰ ਰਹੇ ਹੋ? ਹਾਂਜੀ, ਨਹੀਂ ਸੋਚਿਆ ਤਾਂ ਬਹੁਤ ਕੁਛ ਹੋਇਆ। ਬਾਕੀ ਜੋ ਕਹਿੰਦੇ ਕਿ ਜੋ ਲਿਖਿਆ ਹੋਣਾ ਉਹੀ ਹੈ, ਬਟ ਮੈਨੂੰ ਲੱਗਦਾ ਕਿ ਜੇ ਮੈਂ ਮਿਹਨਤ ਕਰਾਂਗੀ ਤਾਂ ਮੈਨੂੰ ਲੱਗਦਾ ਜੋ ਮੈਂ ਨਹੀਂ ਵੀ ਸੋਚਿਆ ਪਰਮਾਤਮਾ ਉਹ ਵੀ ਕਰੇਗਾ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਸਾਹਿਬ। ਤਾਂ ਸਾਡੇ ਨਾਲ ਇਹ ਸਾਹਿਬ ਕੌਰ ਸੀ, ਬੜੀ ਮਲਟੀ ਟੈਲੈਂਟਡ ਲੜਕੀ ਹੈ। ਮੈਨੂੰ ਤਾਂ ਇਹੀ ਪਤਾ ਸੀਗਾ ਕਿ ਇੱਕ ਰੈਸਲਰ ਨੇ, ਇਹ CWE ਰੈਸਲਿੰਗ ਕਰਦੇ ਨੇ, ਪਰ ਜਦੋਂ ਮਿਲੇ ਤਾਂ ਮਿਊਜ਼ਿਕ ਦਾ ਵੀ ਗੁਰ ਇਹਨਾਂ ਦਾ ਇੱਕ ਸਾਹਮਣੇ ਆਇਆ, ਗਾਉਂਦੇ ਵੀ ਕਿੰਨਾ ਸੋਹਣਾ ਹੈ। ਔਰ ਦ ਗ੍ਰੇਟ ਖਲੀ ਉਹਨਾਂ ਦੇ ਸ਼ਾਗਿਰਦ ਨੇ, ਉਹ ਇਹਨਾਂ ਨੂੰ ਟ੍ਰੇਨਡ ਕਰ ਰਹੇ ਨੇ। ਔਰ ਜਿਹੜੀ ਰੈਸਲਿੰਗ ਹੈ ਉਹ ਮੁੰਡਿਆਂ ਦੇ ਨਾਲ ਕਰਦੀ ਹੈ ਲੜਕੀ, ਕਿਉਂਕਿ ਇਸ ਖਿੱਤੇ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਬਹੁਤ ਘੱਟ ਆਉਂਦੀਆਂ ਨੇ। ਔਰ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜੀ ਇਹ ਲੜਕੀ ਹੈ ਬਚਪਨ ਤੋਂ ਹੀ ਸਮਝਦਾਰ ਹੈ, ਕਿਉਂਕਿ ਬਚਪਨ ਦੇ ਵਿੱਚ ਸਿਰ 'ਤੇ ਜਿਹੜੀਆਂ ਪਈਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੂੰ ਇਹਨਾਂ ਨੂੰ ਸਾਂਭਣਾ ਪਿਆ। ਉਹਨਾਂ ਜ਼ਿੰਮੇਵਾਰੀਆਂ ਸਦਕਾ ਜਿਹੜਾ ਹੈ ਇਹਨਾਂ ਨੂੰ ਬੜੀ ਸਟਰਗਲ ਕਰਨੀ ਪਈ, ਕਿਉਂਕਿ ਪਿਤਾ ਜੀ ਵੀ ਦਿਮਾਗੀ ਤੌਰ 'ਤੇ ਅਪਸੈਟ ਹੋ ਗਏ ਸਨ। ਔਰ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਇੰਨੀਆਂ ਮੌਤਾਂ ਵੀ ਹੋਈਆਂ, ਪਰ ਅੱਜ ਵੀ ਫਿਰ ਵੀ ਇਹ ਲੜਕੀ ਜਿਹੜੀ ਹੈ ਸੀਨਾ ਤਾਣ ਕੇ ਆਪਣੇ ਟੀਚੇ ਵੱਲ ਜਿਹੜਾ ਵੱਧਦੀ ਜਾ ਰਹੀ ਹੈ।
ਫਰੀਦਕੋਟ ਤੋਂ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਲਈ ਆਕਾਂक्षा ਸਕਸੈਨਾ।